ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ। ਉਮੀਦ ਹੈ ਕਿ ਤੁਹਾਡੀ ਤਿਆਰੀ ਪੰਜਾਬੀ ਮਾਸਟਰ ਕੇਡਰ ਦੀ ਵਧੀਆ ਤਰੀਕੇ ਨਾਲ ਚੱਲ ਰਹੀ ਹੋਵੇਗੀ। ਆਪਾਂ ਮਾਸਟਰ ਕੇਡਰ ਪੰਜਾਬੀ ਵਿੱਚ ਆਧੁਨਿਕ ਪੰਜਾਬੀ ਕਵੀ ਕਰ ਰਹੇ ਹਾਂ। ਇਹਨਾਂ ਵਿੱਚ ਅੱਜ ਅਸੀਂ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਕਰਾਂਗੇ। ਅੰਮ੍ਰਿਤਾ ਪ੍ਰੀਤਮ ਦੂਜੇ ਦੌਰ ਦੀ ਪਹਿਲੀ ਇਸਤਰੀ ਕਵਿੱਤਰੀ ਹੈ। ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਈਸਵੀ ਵਿੱਚ ਗੁਜਰਾਂਵਾਲਾ ਵਿੱਚ ਹੋਇਆ। ਉਹਨਾਂ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਸਨ ਅਤੇ ਮਾਤਾ ਦਾ ਨਾਮ ਰਾਜ ਕੌਰ ਸੀ। ਉਹਨਾਂ ਦੇ ਪਿਤਾ ਕਾਫੀਆ ਰਦੀਫ ਦੇ ਵਧੀਆ ਲਿਖਾਰੀ ਸਨ। ਅੰਮ੍ਰਿਤਾ ਪ੍ਰੀਤਮ ਨੇ ਸਭ ਤੋਂ ਪਹਿਲਾ ਜਿਹੜਾ ਕਾਵਿ ਸੰਗ੍ਰਹਿ ਸੀ ਉਹ ਲਿਖਿਆ ਸੀ ਠੰਡੀਆਂ ਕਿਰਨਾਂ, ਜਿਹੜਾ ਕਿ 1935 ਵਿੱਚ ਪ੍ਰਕਾਸ਼ਿਤ ਹੋਇਆ ਸੀ 16 ਸਾਲ ਦੀ ਉਮਰ ਵਿੱਚ। ਅਤੇ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਸੁਨੇਹੜੇ 'ਤੇ ਮਿਲਿਆ ਸੀ, ਜਿਹੜਾ ਕਿ 1955 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਉਹਨਾਂ ਨੂੰ 1956 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਅੰਮ੍ਰਿਤਾ ਪ੍ਰੀਤਮ ਰੋਮਾਂਟਿਕ ਕਾਵਿਧਾਰਾ ਦੀ ਕਵਿੱਤਰੀ ਸਨ। ਉਹਨਾਂ ਦੇ ਕਾਵਿ ਸੰਗ੍ਰਹਿ ਪੱਥਰ ਗੀਟੇ, ਸਾਂਝ ਦੀ ਲਾਲੀ, ਲੋਕ ਪੀੜਾ, ਠੰਡੀਆਂ ਕਿਰਨਾਂ, ਬੱਦਲਾਂ ਦੇ ਪੱਲੇ ਵਿੱਚ, 12ਵਾਂ ਕਵਿਤਾ ਵੀ ਅੰਮ੍ਰਿਤਾ ਪ੍ਰੀਤਮ ਦੁਆਰਾ ਹੀ ਲਿਖੀ ਗਈ ਸੀ। 2004 ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਸੀ। ਗਿਆਨਪੀਠ ਅਵਾਰਡ ਕਾਗਜ਼ ਅਤੇ ਕੈਨਵਸ ਲਈ ਉਹਨਾਂ ਨੂੰ 1982 ਵਿੱਚ ਮਿਲਿਆ ਸੀ। ਉਹਨਾਂ ਨੂੰ ਪੰਜਾਬ ਦੀ ਆਵਾਜ਼ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕਿਹਾ ਸੀ। ਉਹਨਾਂ ਦੇ ਹੋਰ ਕਾਵਿ ਸੰਗ੍ਰਹਿ ਸਨ ਮੈਂ ਤਵਾਰੀਖ ਹਾਂ ਹਿੰਦ ਦੀ, ਸਰਗੀ ਵੇਲਾ, ਅੰਮ੍ਰਿਤ ਲਹਿਰਾਂ, ਤਰੇਲ ਧੋਤੇ ਫੁੱਲ, ਜਿਉਂਦਾ ਜੀਵਨ, ਉਹ ਗੀਤਾਂ ਵਾਲਿਓ। ਉਹਨਾਂ ਦੇ ਵਿਸ਼ੇ ਸਨ ਨਾਰੀ ਸੰਵੇਦਨਾ, ਸਮਾਜਿਕ ਚੇਤਨਾ, ਪਰਿਵਾਰ, ਪਿਆਰ, ਫਲਸਫਾ, ਮਾਨਵੀ ਰਿਸ਼ਤਿਆਂ ਦੀ ਜਟਿਲਤਾ ਆਦਿ। ਅੰਮ੍ਰਿਤਾ ਪ੍ਰੀਤਮ ਦੀ ਵਧੇਰੇ ਪ੍ਰਸਿੱਧੀ ਕਵਿੱਤਰੀ ਵਜੋਂ ਹੋਈ। ਉਹਨਾਂ ਦੀਆਂ ਜਿਹੜੀਆਂ ਜ਼ਿਆਦਾ ਮਹੱਤਵਪੂਰਨ ਕਵਿਤਾਵਾਂ ਸਨ ਕਣਕਾਂ ਦਾ ਗੀਤ, ਅੱਜ ਆਖਾਂ ਵਾਰਸ ਸ਼ਾਹ ਨੂੰ। ਅੰਮ੍ਰਿਤਾ ਪ੍ਰੀਤਮ ਦੀ ਸਾਹਿਤਕ ਵਿਧਾ ਸੀ ਨਾਵਲ, ਕਹਾਣੀਆਂ, ਸਵੈ ਜੀਵਨੀ, ਸਫ਼ਰਨਾਮਾ ਅਤੇ ਵਾਰਤਕ। ਅਤੇ ਕਵਿਤਾ ਵਿੱਚ ਉਹਨਾਂ ਦੀ ਜ਼ਿਆਦਾ ਪ੍ਰਸਿੱਧੀ ਹੋਈ ਸੀ। ਨਾਗਮਣੀ ਮਾਸਿਕ ਪੱਤਰ ਉਹਨਾਂ ਨੇ 1966 ਵਿੱਚ ਜਾਰੀ ਕੀਤਾ ਸੀ। ਅੰਮ੍ਰਿਤਾ ਪ੍ਰੀਤਮ ਦੇ ਜ਼ਿਆਦਾ ਵਿਸ਼ੇ ਸਨ ਨਾਰੀ ਸੰਵੇਦਨਾ, ਸਮਾਜਿਕ ਚੇਤਨਾ, ਪਿਆਰ, ਫਲਸਫਾ, ਮਾਨਵੀ ਰਿਸ਼ਤਿਆਂ ਦੀ ਜਟਿਲਤਾ ਆਦਿ। ਉਹਨਾਂ ਦੇ ਸਮਾਜਿਕ ਚੇਤਨਾ ਨਾਲ ਸੰਬੰਧਿਤ ਕਾਵਿ ਸੰਗ੍ਰਹਿ ਸਨ ਲੰਮੀਆਂ ਵਾਟਾਂ, ਅਸ਼ੋਕਾ ਚੇਤੀ, ਕਸਤੂਰੀ, ਸਰਗੀ ਵੇਲਾ ਅਤੇ ਸੁਨੇਹੜੇ। ਉਹਨਾਂ ਦੀਆਂ ਜ਼ਿਆਦਾ ਜਿਹੜੀਆਂ ਕਵਿਤਾਵਾਂ ਸੀਗੀਆਂ ਰਾਖੇ ਅਤੇ ਚੱਪਾ ਚੰਨ ਜਿਹੜੀਆਂ ਜ਼ਿਆਦਾ ਵਧੀਆ ਸੀਗੀਆਂ। ਅੰਮ੍ਰਿਤਾ ਪ੍ਰੀਤਮ ਦਾ ਜੀਵਨ ਕਾਲ 1919 ਤੋਂ 2005 ਤੱਕ ਸੀ। 86 ਸਾਲ ਦੀ ਉਮਰ ਉਹਨਾਂ ਨੇ ਗੁਜ਼ਾਰੀ ਸੀ। ਉਹਨਾਂ ਦੀ ਸਵੈ ਜੀਵਨੀ ਰਸੀਦੀ ਟਿਕਟ ਹੈ। ਅੰਮ੍ਰਿਤਾ ਪ੍ਰੀਤਮ ਜੀ ਦੇ ਸ਼ੌਂਕ ਸਨ ਸੰਗੀਤ, ਟੈਨਿਸ ਅਤੇ ਫੋਟੋਗ੍ਰਾਫੀ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀਗਾ ਠੰਡੀਆਂ ਕਿਰਨਾਂ, ਜਿਹੜਾ ਕਿ 1935 ਵਿੱਚ ਪ੍ਰਕਾਸ਼ਿਤ ਹੋਇਆ ਸੀ 16 ਸਾਲ ਦੀ ਉਮਰ ਵਿੱਚ। ਉਹਨਾਂ ਦੇ ਜਿਹੜਾ ਕਾਵਿ ਸੰਗ੍ਰਹਿ ਪੱਥਰ ਗੀਟੇ ਸੀ ਉਸ ਵਿੱਚ ਕਵਿਤਾਵਾਂ ਸਨ ਪੱਥਰ ਗੀਟੇ, ਚੱਪਾ ਚੰਨ, ਅੰਨਦਾਤਾ ਅਤੇ ਬੇਆਵਾਜ਼। ਉਹਨਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਮਿਲਿਆ ਸੀ 1969 ਵਿੱਚ। ਅੱਗੇ ਉਹਨਾਂ ਦੇ ਜਿਹੜੇ ਕਾਵਿ ਸੰਗ੍ਰਹਿ ਸੀ ਅਤੇ ਉਹਨਾਂ ਦੇ ਸਨ
ਜਿਹੜੇ ਡਿਟੇਲ ਵਿੱਚ ਦਿੱਤੇ ਹੋਏ ਆ। ਉਹਨਾਂ ਦਾ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਅਤੇ ਉਸ ਤੋਂ ਅੱਗੇ ਅੱਗੇ ਜਿਵੇਂ ਸਨ ਠੰਡੀਆਂ ਕਿਰਨਾਂ 1935 ਵਿੱਚ, ਅੰਮ੍ਰਿਤ ਲਹਿਰਾਂ 1936 ਵਿੱਚ, ਜਿਉਂਦਾ ਜੀਵਨ 1939, ਤਰੇਲ ਧੋਤੇ ਫੁੱਲ 1941, ਜਿਉਂਦਾ ਜੀਵਨ ਜਿਹੜਾ ਸੀਗਾ ਉਹ ਕਿਤੇ ਕਿਤੇ 1938 ਵੀ ਇਹਨਾਂ ਦਾ ਸੰਨ ਦਿੱਤਾ ਹੋਇਆ ਹੈ। ਉਹ ਗੀਤਾਂ ਵਾਲੇ 1942, ਬੱਦਲਾਂ ਦੇ ਪੱਲੇ ਵਿੱਚ 1943, ਸਾਂਝ ਦੀ ਲਾਲੀ 1943, ਲੋਕ ਪੀੜ 1944, ਪੱਥਰ ਗੀਟੇ 1946, ਲੰਮੀਆਂ ਵਾਟਾਂ 1947। ਉਹਨਾਂ ਦੇ 1947 ਤੋਂ ਪਹਿਲਾਂ ਦੇਸ਼ ਵੰਡ ਤੋਂ ਪਹਿਲਾਂ 10 ਕਾਵਿ ਸੰਗ੍ਰਹਿ ਆ ਚੁੱਕੇ ਸਨ। ਮੈਂ ਤਵਾਰੀਖ ਹਾਂ ਹਿੰਦ ਦੀ 1950 ਵਿੱਚ, ਸਰਗੀ ਵੇਲਾ 1951, ਸੁਨੇੜੇ 1955। ਇਹਨਾਂ 'ਤੇ ਹੀ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲਿਆ ਸੀ। ਅਸ਼ੋਕਾ ਚੇਤੀ 1957, ਕਸਤੂਰੀ 1959, ਨਾਗਮਣੀ 1964, ਨਵੀਂ ਸਵੇਰ 1968, ਛੇ ਰੁੱਤਾਂ 1969, ਕਾਗਜ਼ 'ਤੇ ਕੈਨਵਸ 1970, ਜਿਨ੍ਹਾਂ 'ਤੇ ਉਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਸੀ। ਮੈਂ ਜਮਾ ਤੂੰ 1977, ਮੈਂ ਤੈਨੂੰ ਫੇਰ ਮਿਲਾਂਗੀ ਉਹਨਾਂ ਦਾ ਆਖਰੀ ਕਾਵਿ ਸੰਗ੍ਰਹਿ ਸੀ 2004 ਵਿੱਚ। ਮੇਰੀ 94ਵੀਂ ਕਵਿਤਾ 1952 ਵਿੱਚ। ਅੰਮ੍ਰਿਤਾ ਪ੍ਰੀਤਮ ਜੀ ਦੇ ਪਿਤਾ ਜੀ ਪੀਯੂਸ਼ ਉਪਨਾਮ ਹੇਠ ਰਚਨਾ ਕਰਦੇ ਸਨ। ਜਦੋਂ ਉਹਨਾਂ ਨੇ ਬੇਟੀ ਦਾ ਨਾਂ ਅੰਮ੍ਰਿਤ ਰੱਖਿਆ ਤਾਂ ਉਹਨਾਂ ਨੇ ਆਪਣੇ ਨਾਂ ਨਾਲ ਹਿਤਕਾਰੀ ਲਗਾ ਲਿਆ। ਪੀਯੂਸ਼ ਦਾ ਮਤਲਬ ਅੰਮ੍ਰਿਤ ਹੁੰਦਾ ਹੈ। ਅੰਮ੍ਰਿਤਾ ਪ੍ਰੀਤਮ ਜੀ ਨੇ ਆਪਣੀਆਂ ਕਾਵਿ ਸੰਗ੍ਰਹਿਆਂ ਨੂੰ 4 ਵਰਗਾਂ ਵਿੱਚ ਵੰਡਿਆ ਹੈ ਅਤੇ ਉਹਨਾਂ ਦੇ ਕਾਵਿ ਸੰਗ੍ਰਹਿ ਤੋਂ ਇਲਾਵਾ ਉਹਨਾਂ ਨੇ ਨਾਵਲ ਵੀ ਲਿਖੇ ਹਨ। ਉਹਨਾਂ ਨੇ ਸਫ਼ਰਨਾਮਾ ਲਿਖਿਆ ਹੈ, ਉਹਨਾਂ ਨੇ ਰਸੀਦੀ ਟਿਕਟ ਸਵੈ ਜੀਵਨੀ ਲਿਖੀ ਹੈ। ਮੈਨੂੰ ਆਸ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਹੋ। ਧੰਨਵਾਦ ਜੀ।